ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬਰਾੜ। ਗੱਲ ਕਰਦੇ ਹਾਂ ਕਾਂਗਰਸ ਤੇ ਬੀਜੇਪੀ ਦੇ ਵਿੱਚ ਅੱਜ ਚੱਲੀ ਬਿਆਨਬਾਜ਼ੀ ਦੀ, ਖਾਸ ਤੌਰ ਤੇ ਟਾਂਡਾ ਕੇਸ ਨੂੰ ਲੈ ਕੇ। ਟਾਂਡਾ ਕੇਸ ਨੂੰ ਲੈ ਕੇ ਬੀਜੇਪੀ ਨੇ ਕਾਂਗਰਸ ਤੇ ਨਿਸ਼ਾਨੇ ਸਾਧੇ ਨੇ। ਨਾ ਸਿਰਫ ਨਿਸ਼ਾਨੇ ਸਾਧੇ ਨੇ, ਕਈ ਸਾਰੇ ਸਵਾਲ ਵੀ ਕਾਂਗਰਸ ਆਲਾ ਕਮਾਨ ਨੂੰ ਪੁੱਛੇ ਨੇ, ਖਾਸ ਤੌਰ ਤੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ, ਕਿ ਪਹਿਲਾਂ ਜਦੋਂ ਉਹ ਕਿਸੇ ਵੱਡੇ ਮੁੱਦੇ ਤੇ ਦੂਸਰੇ ਰਾਜਾਂ ਦਾ ਰੁਖ ਕਰਦੇ ਨੇ, ਪੰਜਾਬ ਦੇ ਟਾਂਡਾ ਦੇ ਵਿੱਚ ਇੱਕ ਗਰੀਬ ਬੱਚੀ ਦੇ ਨਾਲ ਇਹ ਘਟਨਾਕ੍ਰਮ ਹੋਇਆ ਤੇ ਉਦੋਂ ਕਿਉਂ ਨਹੀਂ ਗਏ। ਸੋ ਉਸ ਤੋਂ ਬਾਅਦ ਹੁਣ ਬੀਜੇਪੀ ਦੇ ਬਿਆਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਬੀਜੇਪੀ ਲੀਡਰਾਂ ਦੇ ਬਿਆਨਾਂ ਦਾ ਕੋਈ ਆਧਾਰ ਨਹੀਂ। ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਹੈ। ਉਹਨਾਂ ਨੇ ਕਿਹਾ ਹੈ ਕਿ ਟਾਂਡਾ ਤੇ ਹਾਥਰਸ ਮਾਮਲੇ ਦੀ ਤੁਲਨਾ ਨਹੀਂ ਹੋ ਸਕਦੀ, ਕਿਉਂਕਿ ਬੀਜੇਪੀ ਨੇ ਹਾਥਰਸ ਮਾਮਲੇ ਦਾ ਜ਼ਿਕਰ ਕੀਤਾ ਸੀ ਕਿ ਰਾਹੁਲ ਗਾਂਧੀ ਉੱਥੇ ਸਿਆਸਤ ਕਰਨ ਹਾਥਰਸ ਚਲੇ ਗਏ ਸੀ ਜਦੋਂ ਹਾਥਰਸ 'ਚ ਇੱਕ ਬੱਚੀ ਦੇ ਨਾਲ ਦਰਿੰਦਗੀ ਭਰੀ ਘਟਨਾ ਹੋਈ ਸੀ। ਪਰ ਅੱਜ ਟਾਂਡਾ ਦੇ ਵਿੱਚ ਘਟਨਾ ਹੋਈ ਹੈ ਤਾਂ ਉਦੋਂ ਰਾਹੁਲ ਗਾਂਧੀ ਕਿਉਂ ਨਹੀਂ ਜਾ ਰਹੇ? ਤਾਂ ਉਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ ਕਿ ਟਾਂਡਾ ਤੇ ਹਾਥਰਸ ਮਾਮਲੇ ਦੀ ਤੁਲਨਾ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਯੂਪੀ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਯੂਪੀ ਸਰਕਾਰ ਨੇ ਇਸ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਬਿਆਨ ਹੈ ਕੈਪਟਨ ਅਮਰਿੰਦਰ ਸਿੰਘ ਦਾ। ਪਰ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਸੇ ਦਿਨ ਹੀ, ਔਰ ਹੁਣ ਪੁਲਿਸ ਪੂਰੀ ਕਾਰਵਾਈ ਕਰਕੇ ਜਲਦ ਤੋਂ ਜਲਦ ਇਸ ਨੂੰ ਸਿੱਟੇ ਤੇ ਲੈ ਕੇ ਜਾਏਗੀ। ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਰਾਹੁਲ ਪ੍ਰਿਯੰਕਾ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਬੀਜੇਪੀ ਵੱਲੋਂ, ਉਸ ਤੇ ਵੀ ਨਿਸ਼ਾਨਾ ਸਾਧਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਕਿਹਾ ਹੈ ਕਿ ਇਸ ਬਿਆਨ ਨਾਲ ਬੀਜੇਪੀ ਦੀ ਦਲਿਤ ਤੇ ਮਹਿਲਾ ਵਿਰੋਧੀ ਸੋਚ ਉਜਾਗਰ ਹੋਈ ਹੈ। ਇਹ ਕੈਪਟਨ ਅਮਰਿੰਦਰ ਸਿੰਘ ਦਾ ਅਫੀਸ਼ੀਅਲ ਬਿਆਨ ਹੈ ਜਿਹੜਾ ਕੁਝ ਮਿੰਟ ਪਹਿਲਾਂ ਉਹਨਾਂ ਵੱਲੋਂ ਦਿੱਤਾ ਗਿਆ ਹੈ। ਦਰਅਸਲ ਬੀਜੇਪੀ ਦੇ ਜਿਹੜੇ ਦੋ ਸੀਨੀਅਰ ਕੈਬਨਿਟ ਮਿਨਿਸਟਰ, ਜਿਹਦੇ 'ਚ ਨਿਰਮਲਾ ਸੀਤਾਰਮਨ ਕੇਂਦਰੀ ਵਿੱਤ ਮੰਤਰੀ ਵੀ ਨੇ, ਔਰ ਪ੍ਰਕਾਸ਼ ਜਾਵੜੇਕਰ, ਦੋਨਾਂ ਵੱਲੋਂ ਇਹ ਬਿਆਨ ਦਿੱਤੇ ਗਏ ਸੀ ਹਾਥਰਸ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿ ਜਦੋਂ ਹਾਥਰਸ ਦੇ ਵਿੱਚ ਇੱਕ ਦਲਿਤ ਬੱਚੀ ਦੇ ਨਾਲ ਇਹ ਘਟਨਾਕ੍ਰਮ ਹੋਇਆ ਸੀ ਤਾਂ ਉਸ ਵੇਲੇ ਕਾਂਗਰਸ ਦੇ ਆਗੂ ਉੱਥੇ ਸਿਆਸਤ ਕਰਨ ਪਹੁੰਚ ਗਏ ਸੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ। ਪਰ ਟਾਂਡਾ ਦੇ ਵਿੱਚ, ਪੰਜਾਬ ਦੇ ਟਾਂਡਾ ਦੇ ਵਿੱਚ ਇਹ ਘਟਨਾਕ੍ਰਮ ਹੋਇਆ ਤਾਂ ਉੱਥੇ ਉਹਨਾਂ ਨੂੰ ਜਾਣ ਦਾ ਸਮਾਂ ਕਿਉਂ ਨਹੀਂ ਮਿਲਿਆ? ਸੋ ਉਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਜਵਾਬ ਦਿੱਤਾ ਹੈ ਕਿ ਦੋਨਾਂ ਮਾਮਲਿਆਂ ਦੇ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਕੈਪਟਨ ਨੇ ਆਪਣਾ ਪੱਖ ਰੱਖਿਆ ਹੈ ਕਿ ਪੰਜਾਬ ਦੇ ਵਿੱਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ, ਪਰ ਹਾਥਰਸ ਦੇ ਵਿੱਚ ਯੂਪੀ ਪੁਲਿਸ ਨੇ ਇਸ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸੋ ਟਾਂਡਾ ਮਾਮਲੇ ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਉਧਰ ਮੋਦੀ ਦੇ ਮੰਤਰੀਆਂ ਨੇ, ਜਿਵੇਂ ਅਸੀਂ ਦੱਸ ਰਹੇ ਹਾਂ, ਕਾਂਗਰਸ ਤੇ ਨਿਸ਼ਾਨੇ ਸਾਧੇ ਨੇ। ਮੋਦੀ ਦੇ ਮੰਤਰੀਆਂ ਨੇ ਪੁੱਛਿਆ, ਪ੍ਰਕਾਸ਼ ਜਾਵੜੇਕਰ ਔਰ ਨਿਰਮਲਾ ਸੀਤਾਰਮਨ ਦੋਨਾਂ ਵੱਲੋਂ ਇਹ ਪੁੱਛਿਆ ਗਿਆ ਕਿ ਰਾਹੁਲ ਤੇ ਪ੍ਰਿਯੰਕਾ ਟਾਂਡਾ ਕਿਉਂ ਨਹੀਂ ਗਏ, ਕਿ ਹੁਣ ਭੈਣ ਭਰਾ ਦਾ ਜ਼ਮੀਰ ਨਹੀਂ ਜਾਗਿਆ। ਇਹ ਨਿਰਮਲਾ ਸੀਤਾਰਮਨ ਦਾ ਬਿਆਨ ਸੀ। ਉਹਨਾਂ ਕਿਹਾ ਕਿ ਕਾਂਗਰਸੀ ਸੂਬਿਆਂ 'ਚ ਔਰਤਾਂ ਤੇ ਹੁੰਦੇ ਜ਼ੁਲਮ ਤੇ ਕਾਂਗਰਸ ਦਾ ਧਿਆਨ ਕਿਉਂ ਨਹੀਂ ਹੈ? ਕਾਂਗਰਸ ਨੂੰ ਸਿਰਫ ਇਹੋ ਜਿਹੇ ਮੁੱਦਿਆਂ ਤੇ ਸਿਆਸਤ ਕਰਨੀ ਆਉਂਦੀ ਹੈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ ਇਹਨਾਂ ਦੋਨਾਂ ਮੰਤਰੀਆਂ ਵੱਲੋਂ ਦਿੱਤੇ ਬਿਆਨਾਂ ਦਾ ਔਰ ਪਲਟਵਾਰ ਕੀਤਾ ਹੈ ਬੀਜੇਪੀ ਦੇ ਉੱਪਰ। ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਬੀਜੇਪੀ ਦੀ ਦਲਿਤ ਤੇ ਮਹਿਲਾ ਵਿਰੋਧੀ ਸੋਚ ਉਜਾਗਰ ਹੋਈ ਹੈ। बिहार के दलित प्रवासी मजदूर के 6 वर्ष की बेटी के साथ दुष्कर्म हुआ और दुष्कर्म के बाद उसको मार दिया गया। कैसी दर्दनाक और शर्मसार घटना है। राहुल गांधी पॉलिटिकल टूर पे जाते हैं, वो उसके बजाय टांडा पे जाना चाहिए, टांडा में जाना चाहिए, राजस्थान में जाना चाहिए। उनकी सरकारें हैं, वहां महिलाओं के साथ क्या अन्याय हो रहा है और कैसे दुष्कर्म है वो देखते नहीं। ना राहुल गांधी गए, ना प्रियंका गांधी गई, ना कांग्रेस अध्यक्षा सोनिया गांधी ने कोई टिप्पणी की। टांडा गांव की दलित बच्ची 6 साल की दुष्कर्म की शिकार हुई और बिहार की बेटी वो हुई और उसके लिए हमारे पूर्व केंद्रीय मंत्री विजय सापला जाकर पीड़ित परिवार को मिले, लेकिन
कांग्रेस जिनकी सरकार है उनका कोई भी उनको नहीं मिला। Rape should not be politicized. No rape should be politicized. It's despicable that rapes happen and justice is delayed in some cases. And all political parties together will have to make sure that the system responds speedily and justice is delivered in time. But because we want our political games to be played, we are selective about voicing horror when it is in some states and remain in complete silence when it is uncomfortably in states which are governed by the Congress party. ਤੇ ਉਧਰ ਟਾਂਡਾ ਕੇਸ ਨੂੰ ਲੈ ਕੇ ਪੰਜਾਬ ਬੀਜੇਪੀ ਦੇ ਲੀਡਰ ਵੀ ਸੂਬਾ ਸਰਕਾਰ ਤੇ ਹਮਲਾਵਰ ਨੇ ਤੇ ਪੀੜਿਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਨੇ। ਸਖਤ ਕਾਰਵਾਈ ਦੀ ਮੰਗ ਵੀ ਕਰਦੇ ਆ। ਉਹਨਾਂ ਦੇ ਲਈ ਫਾਂਸੀ ਦੀ ਸਜ਼ਾ ਵੀ, ਕਿਉਂਕਿ ਉਹ 12 ਸਾਲ ਤੋਂ ਘੱਟ ਬੱਚੀ ਵੀ ਆ ਔਰ ਮੋਦੀ ਸਾਹਿਬ ਨੇ ਉਹਦੇ ਲਈ ਜਿਹੜਾ ਕਾਨੂੰਨ ਵੀ ਬਣਾਇਆ ਉਹਦੇ ਤਹਿਤ ਹੀ ਉਹਦੇ ਤੇ ਜਿਹੜਾ ਆ ਉਹਨੂੰ ਸਜ਼ਾ ਸਖਤ ਮਿਲਣੀ ਚਾਹੀਦੀ, ਤਾਂ ਕਿ ਕਿਸੇ ਹੋਰ ਦੀ ਇਹ ਹਿੰਮਤ ਨਾ ਹੋ ਸਕੇ ਕਿ ਉਹ ਵੀ ਇਸ ਦਰਿੰਦਗੀ ਦੀ ਤਰ੍ਹਾਂ ਕੋਈ ਐਸੀ ਜੁਰਤ ਨਾ ਕਰ ਸਕੇ। ਔਰ ਨਾਲ ਅਸੀਂ ਪੰਜਾਬ ਸਰਕਾਰ ਤੋਂ ਬੇਨਤੀ ਵੀ ਕਰਦੇ ਕਿ ਉਸ ਪਰਿਵਾਰ ਨੂੰ 25 ਲੱਖ ਦਾ ਮੁਆਵਜ਼ਾ ਔਰ ਇੱਕ ਵਿਅਕਤੀ ਨੂੰ ਨੌਕਰੀ ਵੀ ਦਿੱਤੀ ਜਾਵੇ, ਜਿਸ ਤਰ੍ਹਾਂ ਬਾਕੀ ਦੂਸਰੇ ਸੂਬਿਆਂ ਦੇ ਵਿੱਚ ਵੀ यूपी बिहार। जमींदार परिवार के लोगों ने जो ये कुकर्म किया है, कड़ी से कड़ी सजा मिलनी चाहिए। और ये जो पंजाब के अंदर कानून व्यवस्था की स्थिति है, चाहे वो लुधियाना का भी गैंग रेप हो या पंजाब के अंदर दलित परिवार के बच्चे को पेशाब पिलाने की बात हो और दलितों के साथ लगातार अत्याचार, ये बहुत दुखद है। अगर दलित की आवाज भारतीय जनता पार्टी वहां उठाती है तो उसकी दलित इंसाफ रैली को रोक दिया जाता है। इतनी तानाशाह सरकार है कैप्टन अमरिंदर सिंह की। खबर चंडीगढ़ तो चंडीगढ़ ਦੇ ਵਿੱਚ ਅੱਜ ਆਪ ਵਰਕਰਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਔਰ ਪੁਲਿਸ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਵਿਧਾਇਕ ਮੀਤ ਹੇਰ ਸਣੇ ਕਈ ਵਰਕਰ ਹਿਰਾਸਤ ਦੇ ਵਿੱਚ ਲੈ ਲਏ। ਦਰਅਸਲ ਆਮ ਆਦਮੀ ਪਾਰਟੀ ਦੇ ਇਹ ਸਾਰੇ ਵਰਕਰ ਵਿਧਾਇਕ ਦੀ ਅਗਵਾਈ ਦੇ ਵਿੱਚ ਬੀਜੇਪੀ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ ਸੀ। ਚੰਡੀਗੜ੍ਹ ਪੁਲਿਸ ਨੇ ਇਸ ਮੌਕੇ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਇਹਨਾਂ ਨੂੰ ਖੰਡਾਉਣ ਦੇ ਲਈ। ਦਰਅਸਲ ਮੁੱਦਾ ਸੀ ਜੋ ਪਿਛਲੇ ਦਿਨੀ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਔਰ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਸੰਦਰਭ ਦੇ ਵਿੱਚ ਬਿਆਨ ਦਿੱਤੇ ਗਏ ਨੇ। ਉਹਨਾਂ ਬਿਆਨਾਂ ਦੇ ਖਿਲਾਫ ਇਹ ਹੱਲਾ ਬੋਲਣ ਬੀਜੇਪੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਪਹੁੰਚੇ ਸੀ ਔਰ ਉਸੇ ਵੇਲੇ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ। ਜਦੋਂ ਇਹ ਅੱਗੇ ਵਧਣ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕਰ ਦਿੱਤੀਆਂ। ਇਹ ਬੀਜੇਪੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ। ਚੰਡੀਗੜ੍ਹ ਦੇ ਸੈਕਟਰ 37 ਵਿੱਚ ਪੰਜਾਬ ਬੀਜੇਪੀ ਦਾ ਦਫ਼ਤਰ ਹੈ, ਜਿੱਥੋਂ ਇਹ ਪ੍ਰੋਟੈਸਟ ਕਰਨ ਪਹੁੰਚੇ ਸਨ। ਵਿਧਾਇਕ ਮੀਤ ਹੇਰ ਨੂੰ ਉੱਥੋਂ ਪੁਲਿਸ ਫੜ ਕੇ ਥਾਣੇ ਲੈ ਗਈ ਔਰ ਹੋਰ ਵੀ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਲਾਈਵ ਤਸਵੀਰਾਂ ਉਸ ਵੇਲੇ ਦੀਆਂ ਜਦੋਂ ਸਾਡੇ ਸਹਿਯੋਗੀ ਰੋਹਿਤ ਬੰਸਲ ਇਸ ਪੂਰੇ ਘਟਨਾਕ੍ਰਮ ਨੂੰ ਕਵਰ ਕਰ ਰਹੇ ਸੀ, ਤੁਹਾਨੂੰ ਦਿਖਾਉਂਦੇ ਹਾਂ। ਇਹ ਆਰਡੀਨੈਂਸ ਲੈ ਕੇ ਆਇਆ ਇਸੇ ਦੇ ਵਿਰੋਧ ਚ ਅੱਜ ਅਸੀਂ ਇੱਥੇ ਪ੍ਰਦਰਸ਼ਨ ਕੀਤਾ ਸੀ ਤੇ ਸਾਡੇ ਤੇ ਪਾਣੀ ਦੀਆਂ ਬਸ਼ਾਰਾਂ ਮਾਰੀਆਂ ਗਈਆਂ ਨੇ, ਸਾਡੇ ਨਾਲ ਧੱਕਾ ਮੁੱਕੀ ਕੀਤਾ ਗਿਆ ਤੇ ਸਾਨੂੰ ਤਾਕਤ ਦੇ ਨਸ਼ੇ ਚ ਧੁੱਤ ਸਰਕਾਰ ਹੈ ਜਿਹੜੀ ਕਿਸਾਨਾਂ ਨੂੰ ਦਲਾਲ ਕਹਿੰਦੀ ਹੈ। ਜਿਹੜੇ ਇਹਨਾਂ ਦੇ ਪ੍ਰਧਾਨ ਨੇ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਦਲਾਲ ਕਿਹਾ, ਉਹਦੇ ਵਿਰੁੱਧ ਬੀਜੇਪੀ ਦਫ਼ਤਰ ਦਾ ਘਿਰਾਓ ਕਰਨ ਨੂੰ ਅੱਜ ਇੱਥੇ ਪਹੁੰਚੇ ਸੀ ਕਿ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹ ਪੰਜਾਬ ਦੇ ਕਿਸਾਨ ਜਿਹੜਾ ਅੰਨਦਾਤਾ ਜਿਹੜਾ ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਉਹਦੇ ਤੋਂ ਮਾਫੀ ਮੰਗੇ। ਪਰ ਸਾਨੂੰ ਅੱਜ ਤੇ ਹੁਣ ਖਬਰ ਅੰਮ੍ਰਿਤਸਰ ਤੋਂ। ਅੰਮ੍ਰਿਤਸਰ 'ਚ ਐਸਜੀਪੀਸੀ ਅਤੇ ਐਸਜੀਪੀਸੀ ਦੀ ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਅੱਜ ਟਕਰਾਅ ਹੋਇਆ ਹੈ। ਟਾਸਕ ਫੋਰਸ ਤੇ ਜਥੇਬੰਦੀਆਂ ਆਮੋ ਸਾਹਮਣੇ ਹੋ ਗਈਆਂ। ਦਰਅਸਲ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਲਗਾਤਾਰ ਐਸਜੀਪੀਸੀ ਦਫ਼ਤਰ ਦੇ ਬਾਹਰ ਧਰਨਾ ਚੱਲ ਰਿਹਾ ਸੀ। ਜਦੋਂ ਅੱਜ
ਤਲਖੀ ਹੋਈ। ਉਸ ਤੋਂ ਬਾਅਦ ਡਾਂਗਾ ਚੱਲੀਆਂ, ਤਲਵਾਰਾਂ ਚੱਲੀਆਂ, ਦੋਨਾਂ ਧਿਰਾਂ ਦੇ ਵਿੱਚ ਸਥਿਤੀ ਤਣਾਅਪੂਰਨ ਹੋ ਗਈ ਔਰ ਉਸ ਤੋਂ ਬਾਅਦ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਇਹਨਾਂ ਸਿੱਖ ਜਥੇਬੰਦੀਆਂ ਨੂੰ ਇੱਥੋਂ ਖਦੇੜ ਦਿੱਤਾ ਗਿਆ। ਇਹਨਾਂ ਨੂੰ ਇੱਥੋਂ ਐਸਜੀਪੀਸੀ ਦਫ਼ਤਰ ਦੇ ਅੰਦਰ ਲੈ ਗਏ। ਕਾਫੀ ਦੇਰ ਤੱਕ ਐਸਜੀਪੀਸੀ ਦਫ਼ਤਰ ਦੇ ਅੰਦਰ ਬੰਦੀ ਬਣਾ ਕੇ ਰੱਖਣ ਦੇ ਇਲਜ਼ਾਮ ਨੇ। ਸਿੱਖ ਜਥੇਬੰਦੀਆਂ ਨੇ ਐਸਜੀਪੀਸੀ ਦੇ ਮੁੱਖ ਦਫ਼ਤਰ ਨੂੰ ਤਾਲਾ ਜੜ ਦਿੱਤਾ ਸੀ। ਕਰੀਬ 40 ਦਿਨ ਤੋਂ ਇਹ ਜਥੇਬੰਦੀਆਂ ਧਰਨੇ ਤੇ ਬੈਠੀਆਂ ਹੋਈਆਂ ਸੀ। ਮਾਮਲੇ 'ਚ ਹੋਈ ਕਾਰਵਾਈ ਤੋਂ ਜਥੇਬੰਦੀਆਂ ਸੰਤੁਸ਼ਟ ਨਹੀਂ ਹਨ। ਇਹ ਉਸ ਵੇਲੇ ਦੀਆਂ ਤਸਵੀਰਾਂ ਨੇ, ਸਾਡੇ ਸਹਿਯੋਗੀ ਰਾਜੀਵ ਸ਼ਰਮਾ ਵੱਲੋਂ ਮੋਬਾਈਲ ਤੇ ਕੈਪਚਰ ਕੀਤੀਆਂ ਹੋਈਆਂ ਤਸਵੀਰਾਂ। ਹਾਲਾਂਕਿ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਮੀਡੀਆ ਨੂੰ ਧਮਕਾਇਆ ਗਿਆ, ਉਹਨਾਂ ਨੂੰ ਰੋਕਿਆ ਗਿਆ, ਕਿਸੇ ਤਰ੍ਹਾਂ ਦੀ ਕਵਰੇਜ ਨਾ ਕਰਨ ਲਈ ਕਿਹਾ ਗਿਆ, ਦੂਰ ਖੜੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਔਰ ਕਾਫੀ ਧੱਕਾ ਮੁੱਕੀ ਕਰਦੇ ਵੀ ਐਸਜੀਪੀਸੀ ਦੀ ਟਾਸਕ ਫੋਰਸ ਪੱਤਰਕਾਰਾਂ ਦੇ ਨਾਲ ਵੀ ਨਜ਼ਰ ਆਈ। ਪਰ ਇਸ ਸਭ ਦੇ ਵਿੱਚ ਨਿਊਜ਼ 18 ਦੀ ਟੀਮ ਨੇ ਇਹ ਤਸਵੀਰਾਂ ਕੈਪਚਰ ਕੀਤੀਆਂ, ਦਰਸ਼ਕਾਂ ਤੱਕ ਪਹੁੰਚਾਈਆਂ ਔਰ ਜੋ ਘਟਨਾਕ੍ਰਮ ਉੱਥੇ ਚੱਲਦਾ ਰਿਹਾ ਉਸ ਨੂੰ ਵੀ ਲਾਈਵ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਇਹ ਅੱਜ ਦੀਆਂ ਕੁਝ ਦੇਰ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਡਾਂਗਾਂ ਦੇ ਨਾਲ ਐਸਜੀਪੀਸੀ ਦੀ ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਟਕਰਾਅ ਹੋਇਆ ਔਰ ਦੋਨੇ ਪਾਸਿਓਂ ਡਾਂਗਾਂ ਵੀ ਚੱਲੀਆਂ ਤੇ ਤਲਵਾਰਾਂ ਵੀ ਚੱਲੀਆਂ। ਬਹਿ ਗਿਆ ਉਹਨੂੰ ਚੱਕ ਕੇ ਇਹ ਅੰਦਰ ਲੈ ਗਏ। ਚਲੋ ਜੇ ਉਹਦਾ ਖੋਸਾ ਸਾਹਿਬ ਦਾ ਕੋਈ ਕਸੂਰ ਸੀ ਉਹਨਾਂ ਬਹਿ ਕੇ ਨਾਲ ਗੱਲ ਕਰਦੇ। ਆ ਜਿਹੜੇ ਇੱਥੇ 328 ਸਰੂਪਾਂ ਦਾ ਇੱਥੇ ਤੁਸੀਂ ਦੇਖੋ ਕੀ ਹਾਲ ਕਰਤਾ। ਕੋਈ ਦਰੀ ਨਹੀਂ ਛੱਡੀਆਂ ਇਹਨਾਂ ਨੇ, ਕੁਛ ਨਹੀਂ ਛੱਡਿਆ ਹੈਗਾ। ਸਾਰਿਆਂ ਨੇ ਇਹਨਾਂ ਨੇ ਬਹੁਤ ਗਲਤ ਕਰਿਆ। ਕੱਲੇ ਨੇ ਡਾਂਗਾ ਫੇਰੀਆਂ, ਲੱਤਾਂ ਭੰਨੀਆਂ ਨੇ। ਸਾਰੇ ਨੂੰ ਅੰਦਰ ਲਿਜਾਣ ਦਾ ਕੀ ਮਕਸਦ, ਅੰਦਰ ਕਿਉਂ ਲੈ ਕੇ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ, ਇਹ ਟਾਸਕ ਫੋਰਸ ਜਵਾਬ ਦੇਵੇ। ਅੱਜ ਇਹ ਕੱਲੇ ਨੂੰ ਕੁੱਟ ਕੇ ਭਾਈ ਮੁਸਲ ਦੀਆਂ ਲੱਤਾਂ ਤੋੜੀਆਂ ਨੇ, ਕੁੱਟਿਆ ਡਾਂਗਾ ਨਾਲ। ਭਾਈ ਖੋਸੇ ਨੂੰ ਕੁੱਟਿਆ, ਭਾਈ ਦਿਲਬਾਗ ਸਿੰਘ ਨੂੰ ਕੁੱਟਿਆ, ਭਾਈ ਪਰਮਜੀਤ ਸਿੰਘ ਨੂੰ ਕੁੱਟਿਆ। ਜਿਹਨੇ ਬੀਬੀ ਮਨਜਿੰਦਰ ਕੌਰ, ਉਹ ਬੀਬੀ ਦਾ ਕੀ ਕਸੂਰ ਸੀਗਾ, ਉਹਨੂੰ ਵੀ ਕੁੱਟ ਕੇ ਅੰਦਰ ਲੈ ਗਏ। ਹੁਣ ਦੱਸਣ ਵੀ ਉਹਨਾਂ ਨੂੰ ਕਿੱਥੇ ਰੱਖਿਆ, ਮਾਰ ਖਪਾ ਕੇ ਕੀ ਕਰਦੇ ਨੇ। ਗੱਲ ਕਰਨਾ ਹੈ ਇੱਕ ਮਿੰਟ, ਸਾਡੀ ਤੁਹਾਡੇ ਨਾਲ, ਤੁਸੀਂ ਸਾਡੇ ਭਰਾ ਜੇ, ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ। ਜੇ ਤੁਹਾਡੇ ਕੇ ਪੱਤਰਕਾਰ ਨਾਲ ਭੀੜ ਵਿੱਚੋਂ ਕੁਝ ਵਾਪਰ ਗਿਆ ਹੈ, ਅਸੀਂ ਉਹਦੇ ਲਈ ਸੌਰੀ ਵੀ ਫੀਲ ਕਰਦੇ ਹਾਂ, ਉਹਨੂੰ ਵਾਪਸ ਵੀ ਕਰਾਂਗੇ। ਸਾਡੀ ਕੋਈ ਤੁਹਾਡੇ ਨਾਲ ਲੜਾਈ ਨਹੀਂ ਹੈ। ਹਾਂਜੀ ਤੇ ਦੱਸੋ ਇੱਕ ਮਿੰਟ ਦੇਖੋ, ਬੇਨਤੀ ਇਹ ਆ, ਤੁਹਾਡੇ ਪੱਤਰਕਾਰ ਨਾਲ ਕੋਈ ਸਾਡੀ ਜਾਤੀ ਲੜਾਈ ਨਹੀਂ, ਕਿਉਂਕਿ ਸਵੇਰ ਦੁਪਹਿਰ ਤੋਂ ਉਹਨਾਂ ਨੇ ਇੱਥੇ ਜਿੰਦੇ ਲਾ ਕੇ ਅੱਛਾ, ਤੁਹਾਨੂੰ ਪਤਾ ਵੀ ਉਹਨੇ ਸਾਡੇ ਫੌਜੀ ਦੀ ਪੱਗ ਲਾਈ ਨਹੀਂ ਲਾਈ? ਤੁਸੀਂ ਮੰਨਦੇ ਹੋ ਕਿ ਵੀ ਉਹ ਅੰਮ੍ਰਿਤਧਾਰੀਆਂ ਤਾਂ ਇਹ ਐਸਜੀਪੀਸੀ ਦਾ ਜੋ ਮਾਹੌਲ ਸੀ ਦਫ਼ਤਰ ਦਾ, ਉਹ ਅਸੀਂ ਤੁਹਾਨੂੰ ਦਿਖਾਇਆ ਕਿਸ ਤਰੀਕੇ ਨਾਲ ਪਹਿਲਾਂ ਮੀਡੀਆ ਨੂੰ ਦੂਰ ਕਰ ਦਿੱਤਾ ਗਿਆ, ਉਹਨਾਂ ਨੂੰ ਧਮਕਾਇਆ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਨਾਲ ਗੱਲ ਕਰਨ ਵੀ ਪਹੁੰਚੇ ਜਿਹੜੇ ਐਸਜੀਪੀਸੀ ਦੇ ਅਹੁਦੇਦਾਰ ਸੀ। ਪਰ ਇਸ ਸਭ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਨਿੰਦਾ ਕੀਤੀ ਗਈ ਹੈ ਔਰ ਉਹਨਾਂ ਨੇ ਐਸਜੀਪੀਸੀ ਦੀ ਟਾਸਕ ਫੋਰਸ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਨੇ। ਅਗਲੀ ਖਬਰ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ ਬੀਜੇਪੀ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਅੱਜ ਆਪਸ ਦੇ ਵਿੱਚ ਭਿੜ ਗਏ। ਦਰਅਸਲ ਡਾਕਟਰ BR ਅੰਬੇਦਕਰ ਦੀ ਮੂਰਤੀ ਤੇ ਫੁੱਲ ਚੜਾਉਣ ਨੂੰ ਲੈ ਕੇ ਇਹ ਝਗੜਾ ਹੋਇਆ। ਮੌਕੇ ਤੇ ਪੁਲਿਸ ਪਹੁੰਚੀ, ਦੋਵਾਂ ਪੱਖਾਂ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕਰਵਾਇਆ ਗਿਆ। ਇਲਾਕੇ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਰਹੀ। ਦੋਵੇਂ ਧਿਰਾਂ ਡਾਕਟਰ ਅੰਬੇਦਕਰ ਦੇ ਬੁੱਤ ਤੇ ਫੁੱਲ ਚੜਾਉਣ ਨੂੰ ਲੈ ਕੇ ਆਪਸ ਦੇ ਵਿੱਚ ਭਿੜ ਗਈਆਂ। ਇੱਕ ਪਾਸੇ ਬੀਜੇਪੀ ਦੇ ਵਰਕਰ ਸੀ, ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਸੀ। ਬਾਬਾ ਸਾਹਿਬ ਅੰਬੇਡਕਰ ਜੀ ਦੇ ਮੂਰਤੀ ਦੇ ਉੱਪਰ ਅਸੀਂ ਫੁੱਲ, ਉਹਨਾਂ ਦੇ ਮਾਣ ਸਤਿਕਾਰ ਵਾਸਤੇ ਅਸੀਂ ਫੁੱਲ ਵਰਸ਼ਾ ਕਰਨ ਆਏ ਔਰ ਕੁਝ ਗੁੰਡੇ ਲੋਕਾਂ ਨੇ ਆ ਕੇ ਹੱਲਾ ਗੁੱਲਾ ਕਰ ਰਹੇ ਨੇ ਔਰ ਇਹ ਸਾਰੀ ਜਿਹੜੀ ਕਾਂਗਰਸ ਦੀ ਸ਼ਰਾਰਤ ਹੈ, ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹ ਆਪ ਕਰ ਰਹੇ ਨੇ। ਇਹ ਕਾਂਗਰਸ ਦੇ ਪਿੱਠੂ ਨੇ ਜਿਹੜੇ ਸਾਰੇ ਮਾਹੌਲ ਖਰਾਬ ਕਰ ਰਹੇ ਨੇ। ਕਾਂਗਰਸ ਦੇ ਆਪ ਜਿਹੜਾ ਸੀਐਮ ਹੈ ਇਹ ਆਪ ਚਾਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ। ਅਸੀਂ ਸ਼ਾਂਤੀਪੂਰਵਕ ਬਾਬਾ ਅੰਬੇਡਕਰ ਜੀ ਦੇ ਜਿਹੜੀ ਫੁੱਲ ਅਰਪਿਤ ਕਰਨ ਆ ਰਹੇ ਹਾਂ ਔਰ ਇਹ ਜਿੰਦਾਬਾਦ ਮੁਰਦਾਬਾਦ ਕਰ ਰਹੇ ਨੇ। ਸ਼ਰਮ ਦੇ ਪਿੱਛੇ ਕਿਹਦੀ ਸਾਜ਼ਿਸ਼ ਹੈ? ਸਰਕਾਰ ਦੀ, ਸੀਐਮ ਕਾਂਗਰਸ ਦੀ ਸ਼ਰਾਰਤ ਟੋਟਲ। ਤੇ ਪੰਜਾਬ ਬੀਜੇਪੀ ਦੇ ਕਿਸਾਨ ਵਿੰਗ ਦੇ ਇੰਚਾਰਜ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ। ਪੰਜਾਬ ਬੀਜੇਪੀ ਦੇ ਕਿਸਾਨ ਵਿੰਗ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ, ਜਿਨ੍ਹਾਂ ਦੇ ਘਰ ਦੇ ਬਾਹਰ ਪਿਛਲੇ 12-13 ਦਿਨਾਂ ਤੋਂ ਕਿਸਾਨਾਂ ਵੱਲੋਂ ਲਗਾਤਾਰ ਪੱਕਾ ਧਰਨਾ ਦਿੱਤਾ ਜਾ ਰਿਹਾ ਸੀ,
ਅੱਜ ਆਖਿਰਕਾਰ ਇਹਨਾਂ ਕਿਸਾਨਾਂ ਦੇ ਧਰਨੇ 'ਚ ਇਹ ਸ਼ਾਮਲ ਹੋਏ ਤੇ ਕਿਸਾਨਾਂ ਨੂੰ ਉਹਨਾਂ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ। ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ। ਕਈ ਦਿਨਾਂ ਤੋਂ ਇਹ ਜਥੇਬੰਦੀਆਂ ਇਹਨਾਂ ਦੇ ਘਰ ਦੇ ਬਾਹਰ ਬੈਠੀਆਂ ਹੋਈਆਂ ਸੀ। ਤਰਲੋਚਨ ਗਿੱਲ ਨੇ ਕਿਹਾ ਕਿ ਉਹ ਆਪਣਾ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਤੇ ਕਿਸਾਨਾਂ ਦੇ ਨਾਲ ਉਹਨਾਂ ਦੀ ਲੜਾਈ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ। ਇਹ ਅੱਜ ਦੀਆਂ ਤਸਵੀਰਾਂ ਨੇ ਜਦੋਂ ਤਰਲੋਚਨ ਗਿੱਲ ਜਿਹੜੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਿਸਾਨ मोर्चे दे किसान विंग दे इंचार्ज ने। राष्ट्रीय अध्यक्ष जेपी नड्डा जी और कल प्रधानमंत्री नरेंद्र मोदी जी ने एक शब्द वरत्या कि जिन्ने धरने ते बैठे ने वो सारे विचोलिए ने। बड़ा मन दुखी होया कि असी किसान विचोलिए कदों बन गए। किसानां दे नाल आ, किसानी खत्म नहीं होण देवांगे। किसानी दे जिहड़े किसान वीरां ने जिहड़ा संघर्ष शुरू कीता, मैं अज ऐलान करदा कि मैं उन्हां दे संघर्ष दे विच पूरा योगदान पाऊंगा और किसानां दे मोढे नाल मोढा ला के किसानां दे हर संघर्ष दे विच जो मैनूं हुक्म करनगे मैं उन्हां दे नाल खड़ूंगा। और पंजाब दे विच जिहड़े काले कानून आए आ वो कदे भी असीं लागू नहीं होण देवांगे। और मैं अज भारतीय जनता पार्टी तो अपना रिजाइन दिना और भारतीय जनता पार्टी छड्ड के मैं किसान जथेबंदियां दे नाल अपना पूरा सहयोग दे नाल ਤੇ ਖੇਤੀ ਬਿੱਲਾਂ ਨੂੰ ਲੈ ਕੇ ਸਾਬਕਾ ਸੀਐਮ ਰਜਿੰਦਰ ਕੌਰ ਪੱਠਲ ਨੇ ਸੁਖਦੇਵ ਸਿੰਘ ਢੀਂਡਸਾ ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਬੀਜੇਪੀ ਦੇ ਵਿਚੋਲੀਏ ਨੇ। ਜੇ ਉਹਨਾਂ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਉਹ ਰਾਜ ਸਭਾ ਚੋਂ ਅਸਤੀਫਾ ਦੇਣ। ਜਿਸ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਲਟਵਾਰ ਕੀਤਾ। ਉਹਨਾਂ ਕਿਹਾ ਕਿ ਬੀਬੀ ਦੀ ਅੱਖ ਮੇਰੇ ਵਾਲੀ ਰਾਜ ਸਭਾ ਸੀਟ ਤੇ ਹੈ। ਹੋਇਆ ਗੁਲਾਮ ਨਬੀ ਆਜ਼ਾਦ ਬੋਲੇ ਆ ਖਿਲਾਫ, ਇਹ ਵੀ ਉੱਥੇ ਜੇ ਕਹਿੰਦੇ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਤੁਹਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਤੁਸੀਂ ਉੱਥੇ ਹੀ ਕਹਿੰਦੇ ਆਹ ਚੱਕੋ ਰਾਜ ਸਭਾ ਤੁਹਾਡੀਆਂ ਵੋਟਾਂ ਨਾਲ ਆਇਆ, ਮੈਂ ਜਾ ਕੇ ਇੱਥੇ ਬੈਠੂੰਗਾ। ਜੇ ਇਹ ਉਸ ਵਕਤ ਲੋਕਾਂ ਦੇ ਹਮਦਰਦ ਹੁੰਦੇ, ਜਦੋਂ ਅਪਮਾਨ ਹੋਇਆ ਸੀਗਾ ਉਸ ਵੇਲੇ ਆਪਣੀਆਂ ਛੱਡ ਕੇ ਆਉਂਦੇ, ਵਜ਼ਾਰਤਾਂ ਇਹਨਾਂ ਦਾ ਬੇਟਾ ਵੀ ਛੱਡ ਕੇ ਆਉਂਦਾ, ਇਹ ਵੀ ਸਾਰੇ ਉਹਦੇ ਛੱਡ ਕੇ। ਤਾਂ ਉਹਨੂੰ ਮੇਰੀ ਰਾਜ ਸਭਾ ਰੱਖਦੀ ਹੈ ਤੇ ਉਹ ਆਪ ਬਣਨਾ ਚਾਹੁੰਦੀ ਸੀ ਵੀ ਮੈਂ ਵੀ ਆਪਣੀ ਪਾਰਟੀ ਨੂੰ ਵੀ ਕਿਹਾ ਸੀ ਜਿਹੜੀ ਛੱਡੀ ਹੈ ਪਾਰਟੀ। ਜਦੋਂ ਉਹਨਾਂ ਨੇ ਮੇਰੇ ਤੇ ਕੁਐਸਚਨ ਕੀਤਾ ਸੀ ਮੈਂ ਕਿਹਾ ਮੈਂ ਛੱਡਣ ਨੂੰ ਤਿਆਰ ਹਾਂ, ਅਗਰ ਕੋਈ ਅਕਾਲੀ ਜਿੱਤ ਸਕਦਾ ਹੋਵੇ ਤਾਂ ਮੈਨੂੰ ਮੇਰੇ ਕੋਲ ਦੱਸੋ। ਇਹ ਪੱਠਲ ਨੂੰ ਇਹ ਹੈ ਕਿ ਜੇ ਛੱਡਣ ਤਾਂ ਮੈਂ ਸ਼ਾਇਦ ਚਲੀ ਜਾਵਾਂ, ਉਹਦੀ ਇਹ ਕੋਈ ਲਾਲਸਾ ਪੂਰੀ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨ ਤੇ ਕਾਂਗਰਸ ਐਮਪੀ ਮਨੀਸ਼ ਤਿਵਾੜੀ ਨੇ ਵੀ ਸਵਾਲ ਚੁੱਕੇ ਨੇ। ਮਨੀਸ਼ ਤਿਵਾੜੀ ਨੇ ਕਿਹਾ ਕਿ ਪੀਐਮ ਪੰਜਾਬ ਦੇ ਹਾਲਾਤ ਬਾਖੂਬੀ ਜਾਣਦੇ ਨੇ, ਬਾਵਜੂਦ ਇਸ ਦੇ ਅਜਿਹੇ ਬਿਆਨ ਦੇਣੇ ਮੰਦਭਾਗੇ ਨੇ। ਨਾਲ ਹੀ ਰਾਜਪਾਲ ਵੱਲੋਂ ਪੰਜਾਬ ਦੇ ਖੇਤੀ ਬਿੱਲਾਂ ਤੇ ਦਸਤਖਤ ਕਰਨ ਨੂੰ ਲੈ ਕੇ ਜਤਾਏ ਜਾ ਰਹੇ ਖਦਸ਼ਿਆਂ ਤੇ ਵੀ ਪ੍ਰਤੀਕਰਮ ਦਿੱਤਾ ਗਿਆ। ਗੱਲ ਤੇ ਹੈਰਤ ਹੈ ਕਿ ਉਹ ਜਿਹੜੀ ਪੰਜਾਬ ਦੀ ਸੰਵੇਦਨਸ਼ੀਲਤਾ ਉਹਨੂੰ ਸਮਝਦੇ ਨਹੀਂ ਹੈਗੇ। ਚੀਨ ਬਿਲਕੁਲ ਸਾਡੇ ਬਾਰਡਰ ਤੇ ਬੈਠਾ ਹੋਇਆ ਹੈ, ਹਿੰਦੁਸਤਾਨ ਦੇ ਅੰਦਰ ਘੁਸਪੈਠ ਕਰਿਆ ਹੈਗਾ, ਐਡੀ ਸਾਡੀ ਫੌਜ ਲਦਾਖ 'ਚ ਲੱਗੀ ਹੋਈ ਹੈ ਔਰ ਉਹਦੇ ਇਲਾਵਾ ਕਸ਼ਮੀਰ ਡਿਸਟਰਬਡ ਹੈ। ਜੇ ਕੱਲ ਨੂੰ ਪੰਜਾਬ ਡਿਸਟਰਬ ਹੋ ਗਿਆ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਫੌਜ ਹੈਗੇ ਨੇ ਉਹ ਇਹਨਾਂ ਸੂਬਿਆਂ ਤੋਂ ਨੇ, ਔਰ ਜੇ ਇਹ ਸੂਬਾ ਡਿਸਟਰਬ ਹੋ ਗਿਆ ਤਾਂ ਇਹਦੇ ਨੈਸ਼ਨਲ ਸਿਕਿਉਰਿਟੀ ਇੰਪਲੀਕੇਸ਼ਨਸ ਕੀ ਨੇ। ਮੈਨੂੰ ਤਾਂ ਇਸ ਗੱਲ ਤੇ ਅਚੰਭਾ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈਗੀ। ਇਹੋ ਜਿਹੇ ਬਿਆਨ ਪ੍ਰਧਾਨ ਮੰਤਰੀ ਵੱਲੋਂ ਬਿਲਕੁਲ ਸ਼ੋਭਾ ਨਹੀਂ ਦਿੰਦੇ। ਰਾਜਪਾਲ ਜੇ ਸੈਂਸ ਆਫ ਦੀ ਹਾਊਸ ਪੰਜਾਬ ਦੀ ਜਿਹੜੀ ਆਵਾਜ਼ ਹੈ, ਉਸ ਪੰਜਾਬ ਦੀ ਆਵਾਜ਼ ਨੂੰ ਜੇ ਆਪਣੇ ਸੰਗਿਆਨ 'ਚ ਲੈਣਗੇ ਤਾਂ ਉਹਨਾਂ ਨੂੰ ਜ਼ਰੂਰ ਮਨਜ਼ੂਰੀ ਦੇਣੀ ਚਾਹੀਦੀ ਹੈ। ਪਰ ਜੇ ਉਹਨਾਂ ਦੇ ਕੇਂਦਰ ਵੱਲੋਂ ਰਾਜਨੀਤਿਕ ਦਬਾਅ ਹੈ ਤਾਂ ਜੁਦੀ ਗੱਲ ਹੈ। ਪਰ ਜੇ ਉਹ ਆਪਣੇ ਸੰਵਿਧਾਨਿਕ ਜ਼ਿੰਮੇਵਾਰੀ ਦਾ ਪਾਲਨ ਕਰਦੇ ਨੇ ਤਾਂ ਗਵਰਨਰ ਕੋਲੇ ਹੋਰ ਕੋਈ ਆਪਸ਼ਨ ਨਹੀਂ ਹੈ ਕਿ ਜਿਹੜੇ ਬਿੱਲ ਨੂੰ 115 ਐਮਐਲਏਜ਼ ਨੇ ਪਾਰਿਤ ਕੀਤਾ ਹੋਵੇ ਉਹਨੂੰ ਮਨਜ਼ੂਰੀ ਦੇਣ ਤੋਂ ਰੋਕਣ। ਉਧਰ ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਅੰਮ੍ਰਿਤਸਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਰੇਲ ਰੋਕੋ ਅੰਦੋਲਨ ਨੂੰ ਅੱਜ 1 ਮਹੀਨਾ ਪੂਰਾ ਹੋ ਗਿਆ। ਕਿਸਾਨਾਂ ਵੱਲੋਂ 29 ਅਕਤੂਬਰ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ। 28 ਅਕਤੂਬਰ ਨੂੰ ਸੂਬਾ ਕੋਰ ਕਮੇਟੀ ਦੀ ਬੈਠਕ 'ਚ ਵੱਡਾ ਫੈਸਲਾ ਲਿਆ ਜਾਏਗਾ ਔਰ ਇਸ ਬੈਠਕ 'ਚ ਅੰਦੋਲਨ ਦੀ ਰੂਪਰੇਖਾ ਤੇ ਵਿਚਾਰ ਜਿੰਦਾਬਾਦ। ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰ ਦਿੱਤਾ ਹੈ ਪਰ ਸਟੇਸ਼ਨ ਤੇ ਧਰਨਾ ਜਾਰੀ ਹੈ। ਮਾਲ ਗੱਡੀਆਂ ਨੂੰ ਰਾਹ ਦਿੱਤਾ ਗਿਆ ਹੈ ਪਰ ਪੈਸੇਂਜਰ ਗੱਡੀਆਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਫਰੀਦਕੋਟ ਦੇ ਧਰਨੇ 'ਚ ਬੀਕੇਯੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਹੜੇ ਕਾਰਕੁਨ ਨੇ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ਮੀਨਾਂ ਦੀ ਰਾਖੀ ਕਰਕੇ ਰਹਿਣਗੇ, ਧਰਤੀ ਮਾਂ ਦੇ ਜਾਏ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦੇਣਗੇ, ਕਾਰਪੋਰੇਟ
ਘਰਾਣੇ ਦਾ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦਿਆਂਗੇ। ਕਾਰਪੋਰੇਟ ਘਰਾਣਿਆਂ ਦੇ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣ ਦਿਆਂਗੇ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਂਦੇ।